रब दा वास्ता जे कुदरत नां दी कोई चीज़ है, ਜਿਹੜਾ भी आदमी इस अंदोलन ਨੂੰ नुकसान पहुँचाने की कोशिश करू ਉਹਦੇ करजे इंसाफ है, उन्हें बख्शना नहीं। ਜਿਹੜੇ ਅੱਜ ਤਾਜ਼ੀਆਂ ਰੋਟੀਆਂ ਲਾਉਣ ਆਏ ਆ, ਮੇਰੀ ਉਹਨਾਂ ਨੂੰ ਸਿਨੇਮਰ ਬੇਨਤੀ ਹੈ, ਕਿਤੇ ਹੋਰ ਲਾ ਲਿਓ, ਬਖਸ਼ ਦਿਓ। ਇੱਕ ਅੰਦੋਲਨ ਨੂੰ ਬਖਸ਼ ਦਿਓ। ਦੁਨੀਆ ਦਾ ਅੰਦੋਲਨ ਹੋ ਗਿਆ, ਦੁਨੀਆ ਵਾਚ ਕਰ ਰਹੀ ਹੈ, ਦੁਨੀਆ ਦੇਖ ਰਹੀ ਹੈ। ਇੱਕ ਅੰਦੋਲਨ ਨੂੰ ਬਖਸ਼ ਦਿਓ। ਤੁਸੀਂ ਬਖਸ਼ਦੇ ਤਾਂ ਕਿਸੇ ਨੂੰ ਹੋ ਨਹੀਂ। 23 ਤਰੀਕ ਤੋਂ ਬਾਅਦ ਜਿਹੜਾ ਇੱਥੇ ਆ ਸਕਦਾ ਹੈ, ਕੋਈ 500-400 ਕਿਲੋਮੀਟਰ ਦੇ ਘੇਰੇ 'ਚ ਉਹ ਇੱਥੇ ਆ ਜਾਏ। ਜਿਹੜੇ ਇੱਥੇ ਨਹੀਂ ਆ ਸਕਦੇ, ਆਪੋ ਆਪਣੇ ਗਵਰਨਰ ਨੂੰ ਵਕਤ ਪਾ ਦੇ। ਇਸ ਅੰਦੋਲਨ ਦੀ ਅੱਗ ਸਾਰੇ ਦੇਸ਼ ਵਿੱਚ ਬਲਣ ਲੱਗੀ ਹੈ। ਉਹਦਾ ਸੇਕ ਮੋਦੀ ਦੇ ਘਰ ਤੱਕ ਪਹੁੰਚ ਜਾਣਾ ਚਾਹੀਦਾ। ਹਰ ਸਟੇਟ ਦੇ ਗਵਰਨਰ ਦਾ ਜਿਉਣਾ ਹਰਾਮ ਕਰੋ, ਮੋਦੀ ਦਾ ਜਿਉਣਾ ਹਰਾਮ ਕਰੋ। ਪ੍ਰੈਸ ਸਾਰੀ 1-2 ਚੈਨਲਾਂ ਨੂੰ ਛੱਡ ਕੇ ਸਾਰੇ ਦੇ ਸਾਰੇ ਮੋਦੀ ਦੇ ਕੋਲ ਚਾਲੂ ਨੇ। ਮੋਦੀ ਦੇ ਕੋਲ ਸਾਰੇ ਦੇ ਸਾਰੇ ਚਾਲੂ ਨੇ। ਕਿਹਨੂੰ ਘੇਰੋਗੇ? ਉਹ ਵਿਚਾਰੇ ਮੁਲਾਜ਼ਮ ਨੇ, ਜਿੰਨੇ ਮੁੰਡੇ ਇੱਥੇ ਕਵਰੇਜ ਵਾਸਤੇ ਆਉਂਦੇ ਨੇ, ਇਹ ਸਾਡੇ ਵਿੱਚੋਂ ਨੇ, ਸਾਡੇ ਧੀਆਂ ਪੁੱਤ ਨੇ। ਬਹੁਤ ਹੀ ਸਤਿਕਾਰਯੋਗ ਸਟੇਜ ਉੱਤੇ ਬੈਠੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ, ਮੇਰੇ ਸਾਹਮਣੇ ਬੈਠੇ ਭੈਣੋ, ਭਰਾਵੋ, ਬੱਚਿਓ, ਬੱਚੀਓ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਤੁਹਾਡੇ ਸਨਮੁਖ ਹੋਏ ਹਾਂ। ਸਾਰੇ ਆਪੋ ਆਪਣੀ ਗੱਲ ਤੁਹਾਡੇ ਸਾਹਮਣੇ ਰੱਖ ਕੇ ਜਾ ਰਹੇ ਨੇ ਬਾਰੋ ਬਾਰੀ। ਸਰਕਾਰ ਨਾਲ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਹੈ। ਲੰਬੇ ਸਮੇਂ ਤੋਂ ਤੁਸੀਂ ਤਪੱਸਿਆ ਕਰ ਰਹੇ ਹੋ। ਅੱਜ ਇਹ ਸੰਘਰਸ਼, ਇਹਦੀਆਂ ਕੋਈ ਹੱਦਾਂ ਬੰਨੇ ਨਹੀਂ ਰਹੇ। ਇਹ ਸੰਸਾਰ ਵਿਆਪੀ ਹੋ ਗਿਆ। ਇਹ ਜਨ ਅੰਦੋਲਨ ਬਣ ਗਿਆ। ਇਸ ਸੰਘਰਸ਼ ਵਿੱਚ ਇਸ ਦੇਸ਼ ਦੇ ਹਰ ਰਾਜ ਵਿੱਚ ਬੈਠਾ ਹਰ ਦੁਕਾਨਦਾਰ, ਵਪਾਰੀ, ਕਾਰਖਾਨੇਦਾਰ, ਕਿਸਾਨ, ਮਜ਼ਦੂਰ, ਮੁਲਾਜ਼ਮ, ਹਰ ਕੋਈ ਇਹਦਾ ਭਾਗੀਦਾਰ ਬਣ ਗਿਆ। ਅੱਜ ਸਾਰੇ ਦੇਸ਼ ਵਿੱਚ ਇਸੇ ਤਰ੍ਹਾਂ ਵੱਡੇ ਵੱਡੇ ਇਕੱਠ ਹੋ ਰਹੇ ਨੇ ਔਰ ਸਰਕਾਰ ਜਿੰਨੇ ਨੀਵੇਂ ਪੱਧਰ ਤੱਕ ਜਾ ਸਕਦੀ ਸੀ, ਉਹਨੇ ਨੀਵੇਂ ਪੱਧਰ ਤੱਕ ਆਏ ਦਿਨ ਜਾ ਰਹੀ ਹੈ। ਕੱਲ ਦੀ ਮੀਟਿੰਗ ਬਾਰੇ ਮੇਰੇ ਸਾਥੀਆਂ ਨੇ ਤੁਹਾਨੂੰ ਕਈ ਕੁਝ ਦੱਸਿਆ ਹੋਣਾ, ਪਰ ਮੈਂ ਇਹਨੂੰ ਹੋਰ ਤਰ੍ਹਾਂ ਲੈਣਾ। ਮੈਂ ਸਮਝਦਾ ਵੀ ਸਰਕਾਰ ਹਾਰ ਚੁੱਕੀ ਹੈ। ਉਹ ਸਾਡਾ ਮਨੋਬਲ ਡੇਗਣ ਲਈ ਇੱਕ ਸਟੇਜ ਆ ਜਾਂਦੀ ਹੈ ਜਦੋਂ ਸ਼ੌਕ ਦਿੰਦੇ ਹੁੰਦੇ ਨੇ ਆਪਣੇ ਵਿਰੋਧੀ ਨੂੰ। ਕੱਲ ਇੱਕ ਤਰ੍ਹਾਂ ਉਹਨਾਂ ਨੇ ਸਾਨੂੰ ਸ਼ੌਕ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਸਾਡਾ ਝਟਕਾ ਸੀ ਉਹ ਬਰਦਾਸ਼ਤ ਨਹੀਂ ਕਰ ਸਕੇ। ਉੱਠ ਕੇ ਆਪੋ ਆਪਣੇ ਕਮਰਿਆਂ 'ਚ ਚਲੇ ਗਏ। ਸਰਕਾਰ ਨੇ ਕੱਲ ਕਿਹਾ ਪਹਿਲੀ ਵਾਰੀ ਵੀ ਅਸੀਂ ਇਹ ਕਾਨੂੰਨ ਰਿਪੀਲ ਨਹੀਂ ਕਰਨੇ। ਮੈਨੂੰ ਲੱਗਦਾ ਹੈ ਇਹ ਰਿਪੀਲ ਸ਼ਬਦ ਨਹੀਂ, ਉਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਤੁਸੀਂ ਜਿਹੜੇ ਇੱਥੇ ਬੈਠੇ ਹੋ ਜਾਂ ਜਿਹੜੇ ਇੱਧਰ ਨੂੰ ਰੋਜ਼ ਤੁਰੇ ਆਉਂਦੇ ਆ ਸਾਡੇ ਭਰਾ ਭੈਣਾਂ, ਉਹਨਾਂ ਨੇ ਮੋਦੀ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਸਾਰੇ ਦੇਸ਼ ਵਿੱਚ ਉਥਲ ਪੁਥਲ ਹੋਈ ਹੈ। ਜਿਹੜੇ ਕਹਿੰਦੇ ਸੀ ਇਹ ਅੰਦੋਲਨ ਸਿਰਫ ਪੰਜਾਬ ਦਾ ਹੈ, ਹੌਲੀ ਹੌਲੀ ਕਹਿਣ ਲੱਗੇ ਤੇ ਪੰਜਾਬ ਤੇ ਹਰਿਆਣੇ ਦਾ ਹੈ। ਹੁਣ ਜਦੋਂ ਉੱਤਰਾਖੰਡ ਵਾਲੇ ਬਾਪੂ ਵੀ ਆ ਕੇ ਬਹਿ ਗਏ, यूपी वाले भी आके बह गए, राजस्थान वाले, महाराष्ट्र वाले भी आके बह गए, मध्य प्रदेश वाले भी आके बह गए। हुण जदों रिपोर्ट आउण लग पईयां भी तो पैदल तुर के आउण लग पे, उन्होंने नींद भला किवें आवे। उन्होंने सोचा भी एक झटका तो दे के देखिए। जदों उन्होंने कहा भी असीं रिपील नहीं कर सकते, मेरा जवाब सी सारियां वल्लों
ਵੀ 70 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ। 700 ਦਾ ਖੂਨ ਪੀਣਾ ਚਾਹੁੰਦੇ ਹੋ? ਕਿੰਨੇ ਲੋਕਾਂ ਦੀ ਬਲੀ ਲੈਣਾ ਚਾਹੁੰਦੇ ਹੋ? ਅਸੀਂ ਤਿਆਰ ਹਾਂ, ਪਰ ਅੰਦੋਲਨ ਖਤਮ ਨਹੀਂ ਹੋਏਗਾ। ਕਾਨੂੰਨ ਰਿਪੀਲ ਹੋਣਗੇ ਔਰ ਰਿਪੀਲ ਕੀਤੇ ਬਿਨਾ ਇਹ ਅੰਦੋਲਨ ਸਮਾਪਤ ਕਿਸੇ ਕੀਮਤ ਤੇ ਨਹੀਂ ਹੋਏਗਾ। ਉਸ ਤੋਂ ਬਾਅਦ ਅਸੀਂ ਚੁੱਪ ਕਰਕੇ ਬੈਠ ਗਏ। ਅਸੀਂ ਤੈਅ ਕਰ ਲਿਆ ਵੀ ਬੋਲਣਾ ਹੀ ਨਹੀਂ, ਬੋਲੀ ਜਾਣ ਦਿਓ ਇਹਨਾਂ ਨੂੰ। ਉਹ 5 ਮਿੰਟ ਨਹੀਂ ਰੁਕ ਸਕੇ, ਉੱਠ ਕੇ ਚਲੇ ਗਏ। ਮੈਨੂੰ ਪਤਾ ਸੀ ਭਈ ਆ ਕੇ ਇਹ ਨਵੀਂ ਤਰੀਕ ਦੇਣਗੇ। ਉਹੀ ਹੋਇਆ, ਨਵੀਂ ਤਰੀਕ ਤੈਅ ਕਰਤੀ। ਖੈਰ ਇਹ ਉਹਨਾਂ ਦਾ ਕੰਮ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਜ਼ਰੂਰ, ਮੈਂ ਹਰ ਵਾਰੀ ਕਹਿ ਕੇ ਜਾਣਾ, ਕੁਝ ਨਾ ਕੁਝ ਮੈਨੂੰ ਇਸ ਗੱਲ ਦਾ ਫਖਰ ਵੀ ਹੈ ਵੀ ਜਦੋਂ ਮੈਂ ਇਸ ਸਟੇਜ ਤੋਂ ਕੁਝ ਕਹਿ ਕੇ ਜਾਣਾ, ਤੁਹਾਨੂੰ ਅਪੀਲ ਕਰਕੇ ਜਾਣਾ, ਮੈਂ ਇੱਥੋਂ ਵਾਪਸੀ ਵੇਲੇ ਉਹਦੇ ਤੇ ਅਮਲ ਹੁੰਦਾ ਆਪਣੇ ਅੱਖੀਂ ਦੇਖਦਾ। ਇਸ ਗੱਲੋਂ ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ, ਖਾਸ ਤੌਰ ਤੇ ਸਾਡੇ ਨੌਜਵਾਨ ਬੱਚਿਆਂ ਦਾ ਬਹੁਤ ਧੰਨਵਾਦੀ ਹਾਂ। ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਹੈ, ਅੰਦੋਲਨ ਸਾਰੀ ਦੁਨੀਆ ਦੇ ਪੱਧਰ ਤੇ ਇਹਦੀ ਚਰਚਾ ਹੈ। ਸਾਰੀ ਦੁਨੀਆ ਅੱਖਾਂ ਲਾ ਕੇ ਦੇਖ ਰਹੀ ਹੈ। ਐਵੇਂ ਤਾਂ ਨਹੀਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਥੇ ਆਉਣ ਤੋਂ ਇਨਕਾਰ ਕੀਤਾ। ਰਾਤੀ ਮੈਨੂੰ ਟੈਲੀਫੋਨ ਆਇਆ ਇੰਗਲੈਂਡ ਦੇ ਇੱਕ ਮੈਂਬਰ ਪਾਰਲੀਮੈਂਟ ਦਾ, ਉਹਨੇ ਦੱਸਿਆ ਵੀ ਕਿਵੇਂ ਦੌਰਾ ਕੈਂਸਲ ਹੋਇਆ। ਉਹਨੇ ਦੱਸਿਆ ਵੀ ਅਸੀਂ ਕਿਵੇਂ ਇਕੱਠੇ ਹੋ ਕੇ MP ਗਏ। ਪਹਿਲਾਂ ਮੋਦੀ ਦੀ ਕਾਰਗੁਜ਼ਾਰੀ ਦੱਸੀ ਕੁਝ ਪੰਜਾਬੀਆਂ ਨੇ, ਮੋਦੀ ਚੀਜ਼ ਕੀ ਹੈ। ਫਿਰ ਉਹਨੂੰ ਦੱਸਿਆ ਵੀ ਆਹ ਅੰਦੋਲਨ ਕੀ ਹੈ। ਇਹਦਾ ਮਤਲਬ ਸਾਰੀ ਦੁਨੀਆ ਤੁਹਾਡੇ ਅੰਦੋਲਨ ਤੇ ਘੋਖਵੀਂ ਅੱਖ ਰੱਖੀ ਬੈਠੀ ਹੈ। ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਨੂੰ ਸਮਝਾਇਆ ਤੇ ਉਹਨੇ ਦੌਰਾ ਕੈਂਸਲ ਕਰ ਦਿੱਤਾ। ਇਹ ਕੋਈ ਛੋਟੀ ਗੱਲ ਨਹੀਂ। ਮੈਂ ਪਿਛਲੀ ਵਾਰੀ ਤੁਹਾਨੂੰ ਕੋਈ 15-20 ਦਿਨ ਪਹਿਲਾਂ ਅਮਰੀਕਾ ਦੇ ਇੱਕ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦਾ ਉਹਨੇ ਈਮੇਲ ਕਰਕੇ ਮੈਸੇਜ ਦਿੱਤਾ ਸੀ, ਉਹ ਤੁਹਾਨੂੰ ਪੜ੍ਹ ਕੇ ਸੁਣਾਇਆ ਸੀ। ਅਮਰੀਕਾ ਦੇ ਕੁਝ MPs ਨੇ, ਉਹਨਾਂ ਨੂੰ ਪਤਾ ਹੈ ਵੀ ਟਰੰਪ ਦੀ ਮੋਦੀ ਨਾਲ ਯਾਰੀ ਹੈ। ਉਹਨਾਂ ਨੇ ਜਾ ਕੇ ਆਪਣੇ ਵਿਦੇਸ਼ ਮੰਤਰੀ ਨੂੰ ਕਿਹਾ ਭਈ ਤੂੰ ਆਪਣੇ ਹਮਰੁਤਬਾ ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਨੂੰ ਕਹਿ ਅਮਰੀਕਾ 'ਚ ਵੱਸਦੇ ਹਿੰਦੁਸਤਾਨੀ ਨਹੀਂ, ਬਾਕੀ ਕਿਸਾਨ ਵੀ ਚਿੰਤਤ ਨੇ, ਕਿਸਾਨਾਂ ਤੇ ਜ਼ੁਲਮ ਕਰਨਾ ਬੰਦ ਕਰੋ। ਅੱਜ ਸਵੇਰੇ ਮੇਰੀ ਆਸਟ੍ਰੇਲੀਆ ਦੇ ਲੋਕਾਂ ਨਾਲ ਗੱਲ, ਇੱਕ ਵੈਬਨਾਰ ਤੇ ਲੰਬੀ ਗੱਲਬਾਤ ਹੋਈ ਹੈ। ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਤੁਹਾਡੇ ਕਾਨੂੰਨਾਂ ਤੇ ਬਹਿਸ ਹੋ ਚੁੱਕੀ। ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਤੁਹਾਡੇ ਕਾਨੂੰਨਾਂ ਤੇ ਬਹਿਸ ਹੋ ਚੁੱਕੀ। ਦੁਨੀਆ ਭਰ ਵਿੱਚ ਤੁਹਾਡੇ ਇਹਨਾਂ ਕਾਨੂੰਨਾਂ ਤੇ ਬਹਿਸ ਹੋ ਰਹੀ ਹੈ ਤੇ ਮੋਦੀ ਸਰਕਾਰ ਹਾਲੇ ਇਹਨੂੰ ਉਹ ਸਮਝਦੀ ਹੈ ਵੀ ਪਤਾ ਨਹੀਂ ਸਾਨੂੰ ਕੋਈ ਰਾਹ ਲੱਭਿਆ ਹੈ। ਨਹੀਂ ਲੱਭਣਾ ਰਸਤਾ, ਕਿਸੇ ਕੀਮਤ ਤੇ ਨਹੀਂ ਲੱਭਣਾ। ਜੇ ਰਸਤਾ ਇੱਕੋ ਇੱਕ ਰਸਤਾ ਹੈ ਵੀ ਜਿਹੜੀ ਗਲਤੀ ਕੀਤੀ ਹੈ ਉਹਨੂੰ ਸੁਧਾਰ ਲੈਣ। ਮੈਂ ਇੱਕ ਗੱਲ ਰਿਪੀਟ ਕਰਦਾ, ਜਿੱਦਣ ਮੋਦੀ ਦੇ ਚਹੇਤੇ ਅਮਿਤ ਸ਼ਾਹ ਨਾਲ ਸਾਡੀ ਮੀਟਿੰਗ ਹੋਈ, ਉਹ ਸਾਨੂੰ ਕਹਿੰਦਾ ਹੈ कोई राज्यपाल जी हमने तो बहुत से कानून बनाए हैं, अगर आज ये कानून रिपील कर दिए तो कल को मजदूर आके बैठ जाएंगे। तो मेरा जवाब पता की सी भी जे इन्ने पाप कीते गंगा नहा लो चंगे रहोगे। जे तुसी अंबानी अडानिया दे कोल सारे देश नूं गहने कर देना है तो किसान आके बैठणगे, मजदूर आके बैठणगे। इस देश का हर रोज़ वो वासी जिहड़ा रोज़ कमाई करके अपने बच्चों का ढिड भरदा है वो धरने ते बैठेगा। ये उन्हां दा डेमोक्रेटिक राइट है, ये उन्हां दा संविधानिक हक है। तुसी संविधान की सौं खा के संविधान की उलंघना की है। इस करके तुहाडे लई कोई रास्ता नहीं, इक्को एक रास्ता है भी जिन्ना छेती ये कानून वापस लै लोगे उन्ने चंगे रहोगे।
ਬਹੁਤ ਕੁਝ ਤੁਹਾਨੂੰ ਮੇਰੇ ਸਾਥੀਆਂ ਨੇ ਕਿਹਾ, ਬਾਕੀ ਵੀ ਕਹਿਣਗੇ। ਮੈਂ ਹੁਣ ਦੋ ਗੱਲਾਂ ਤੁਹਾਡੇ ਨਾਲ ਇਸ ਅੰਦੋਲਨ ਨੂੰ ਲੀਹ ਤੇ ਰੱਖਣ ਦੀਆਂ ਕਰਨੀਆਂ। ਇਸ ਵੇਲੇ ਸਾਰੀ ਦੁਨੀਆ 'ਚ ਤਹਿਲਕਾ ਮਚਿਆ ਹੋਇਆ। ਬਹੁਤ ਸਾਰੀਆਂ ਫੋਰਸਿਸ ਜਿਹੜੀਆਂ ਇਸ ਵਿਦੇਸ਼ਾਂ ਵਿੱਚ ਵੀ ਬੈਠੀਆਂ, ਇਸ ਅੰਦੋਲਨ ਨੂੰ ਜਿਨ੍ਹਾਂ ਨੂੰ ਇਹਦੇ ਵਿੱਚੋਂ ਆਪਣੀਆਂ ਰੋਟੀਆਂ ਸੇਕਣ ਦਾ ਫਿਕਰ ਪਿਆ, ਉਹ ਇੱਥੇ ਪਹੁੰਚ ਗਈਆਂ ਨੇ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪੂਣੀ ਨਹੀਂ ਕੱਤੀ, ਸੜਕਾਂ ਤੇ ਤੁਸੀਂ ਸੁੱਤੇ, ਟਰਾਲੀਆਂ 'ਚ ਤੁਸੀਂ ਸੁੱਤੇ, ਉਹ ਕਹਿੰਦੇ ਮੈਂ ਆਪਣੀਆਂ ਰੋਟੀਆਂ ਤੋਂ ਲਾ ਲਾਂ। ਉਹ ਇੱਥੇ ਆ ਕੇ ਕਦੇ ਸਾਡੀ ਲੀਡਰਸ਼ਿਪ ਨੂੰ ਧਮਕੀਆਂ ਦਿੰਦੇ ਨੇ, ਕਦੇ ਕਿਸੇ ਨੂੰ ਡਰਾਉਂਦੇ ਨੇ, ਕਦੇ ਕੁਝ ਕਰਦੇ ਨੇ। ਪਿਛੋਕੜ ਤੁਸੀਂ ਸਾਰੇ ਜਾਣਦੇ ਹੀ ਹੋ। ਸ਼ਾਇਦ ਇਸੇ ਕਰਕੇ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ। ਉਹ ਹਰ ਵਾਰੀ ਧਮਕੀਆਂ ਜਿਹੀਆਂ ਦੇ ਕੇ ਚੁੱਪ ਕਰਕੇ ਠੰਡੇ ਜੋ ਕੇ ਬਹਿ ਜਾਂਦੇ ਨੇ। ਪਰ ਅੱਜ ਸਮਾਂ ਇਹੋ ਜਿਹਾ ਆ ਗਿਆ ਜਦੋਂ ਅੰਦੋਲਨ ਬਹੁਤ ਪੀਕ ਤੇ ਚਲਾ ਗਿਆ। ਕੱਲੇ ਕੱਲੇ ਦੀ ਪਛਾਣ ਕਰਨਾ ਸਿੱਖੋ। ਤੁਹਾਡਾ ਵਿਰੋਧੀ ਕੌਣ ਹੈ, ਤੁਹਾਡਾ ਹਮਾਇਤੀ ਕੌਣ ਹੈ। ਸਰਕਾਰ ਦੀਆਂ ਏਜੰਸੀਆਂ ਨੇ ਬੰਦੇ ਛੱਡੇ ਨੇ, ਤੁਸੀਂ ਰੋਜ਼ ਬੰਦੇ ਫੜਦੇ ਹੋ। ਕਦੇ ਆਰਐਸਐਸ ਵਾਲਾ ਤੁਸੀਂ ਫੜਿਆ, ਅੰਮ੍ਰਿਤਧਾਰੀ ਸਿੰਘ ਬਣਿਆ ਹੋਇਆ, ਜੇਬ 'ਚ ਸ਼ਰਾਬ ਦੀ ਵੀ ਬੋਤਲ ਹੈ, ਤੇ ਜਦੋਂ ਸਿਰ ਤੋਂ ਪਗੜੀ ਲਾਹੀ ਕੋਨਾ ਮੋਨਾ ਪਤਾ ਲੱਗ ਗਿਆ। ਜਦੋਂ ਫੜਿਆ ਪੁੱਛਿਆ, ਉਹਨੇ ਮੰਨਿਆ ਵੀ ਮੈਂ ਆਰਐਸਐਸ ਤੋਂ ਹਾਂ, ਮੇਰੀ ਡਿਊਟੀ ਲੱਗੀ ਹੈ। ਤੁਸੀਂ ਇਹੋ ਜਿਹੇ ਬੰਦੇ ਫੜੇ ਜਿਹੜੇ ਸਾਡੇ ਬੰਦਿਆਂ ਨੂੰ ਗੁੰਮਰਾਹ ਕਰਨ ਲਈ ਕਦੇ ਕਹਿੰਦੇ ਸੀ ਸ਼ਰਾਬ ਸ਼ੁਰੂ ਚਾਹੀਦੀ ਹੈ, ਲੈ ਕੇ ਦੇ ਦਿੰਦੇ ਆ। ਕਦੇ ਕਹਿੰਦੇ ਸੀ ਤੁਹਾਨੂੰ ਕੋਈ ਹੋਰ ਕੁਝ ਚਾਹੀਦਾ, ਉਹ ਦੇ ਦਿੰਦੇ ਆ। ਅਸੀਂ ਗੋਲੀ ਵੀ ਚਲਾ ਸਕਦੇ ਹਾਂ, ਅਸੀਂ ਬੰਬ ਬਲਾਸਟ ਵੀ ਕਰਾ ਸਕਦੇ ਹਾਂ। ਤੁਸੀਂ ਫੜ ਕੇ ਪੁਲਿਸ ਵਾਲਿਆਂ ਨੂੰ ਦਿੱਤੇ, ਤੁਸੀਂ ਫੜ ਕੇ ਪੁਲਿਸ ਵਾਲਿਆਂ ਨੂੰ ਦਿੱਤੇ। ਇਹਦਾ ਮਤਲਬ ਕੀ ਹੈ? ਹਰ ਰੋਜ਼ ਇਦਾਂ ਦੀਆਂ ਘਟਨਾਵਾਂ ਹੁੰਦੀਆਂ। ਇਹਦਾ ਮਤਲਬ ਕੀ ਹੈ? ਸਰਕਾਰ ਲੋਐਸਟ ਲੈਵਲ ਤੇ ਚਲੀ ਗਈ, ਬਹੁਤ ਨੀਵੇਂ ਪੱਧਰ ਤੇ ਚਲੀ ਗਈ ਸਰਕਾਰ। ਉਹ ਚਾਹੁੰਦੀ ਹੈ ਦੇਖੀਏ ਕਿਸੇ ਤਰ੍ਹਾਂ ਇਹ ਅੰਦੋਲਨ, ਇਹਨੂੰ ਭਟਕਾਇਆ ਜਾ ਸਕਦਾ ਹੈ। ਬਹੁਤ ਸਾਰੇ ਸੱਜਣ ਨੇ ਜਦੋਂ ਅਸੀਂ ਕੋਈ ਪ੍ਰੋਗਰਾਮ ਦਿੰਨੇ ਆ, ਉਹਦੇ ਵਿੱਚੋਂ ਆਪਣੀਆਂ ਰੋਟੀਆਂ ਸੇਕਣ ਲਈ ਸਰਗਰਮ ਹੋ ਜਾਂਦੇ ਨੇ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਜ਼ਿੰਮੇਵਾਰੀ ਤੁਸੀਂ ਇਹਨਾਂ ਬੱਤੀਆਂ ਤੇ ਪਾਈ ਨਾ। ਆਹ ਜਿਹੜੇ ਬੈਠੇ ਨੇ, ਮੈਨੂੰ ਪਤਾ ਇਹਨਾਂ ਨੂੰ ਇਹ ਕਿੰਨੀ ਸੌਖੀ ਨੀਂਦ ਸੌਂਦੇ ਨੇ। ਤੁਹਾਡਾ ਜਿਹੜਾ ਇਹਨਾਂ ਦੇ ਸਿਰ ਅਹਿਸਾਨ ਹੈ ਨਾ, ਤੁਸੀਂ ਬੈਠੇ ਹੋ ਇਕੱਠੇ ਹੋ ਕੇ ਇੱਥੇ ਆ ਕੇ ਇਹਨਾਂ ਦੇ ਆਖੇ ਲੱਗ ਕੇ, ਏਡੇ ਸੌਖੇ ਇਹ ਵੀ ਨਹੀਂ ਸੌਂਦੇ। ਇਹਨਾਂ ਨੂੰ ਅਹਿਸਾਸ ਹੈ ਵੀ ਸਾਡੇ ਸੱਦੇ ਤੇ ਏਡੀ ਵੱਡੀ ਗਿਣਤੀ 'ਚ ਲੋਕ ਆਏ ਨੇ। ਸਾਡੇ ਸੱਦੇ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣਿਆ, ਦੁਨੀਆ ਦਾ ਸਭ ਤੋਂ ਪੀਸਫੁਲ ਅੰਦੋਲਨ ਬਣਿਆ, ਦੁਨੀਆ 'ਚ ਸਭ ਤੋਂ ਵੱਧ ਪਾਰਟਿਸਿਪੇਸ਼ਨ ਵਾਲਾ ਅੰਦੋਲਨ ਬਣਿਆ। ਸਾਡੀ ਵੀ ਕੋਈ ਜ਼ਿੰਮੇਵਾਰੀ ਹੈ। ਮੈਂ ਬਾਰ-ਬਾਰ ਕਿਹਾ, ਕੋਈ ਵੀ ਇੱਕ ਵੀ ਜੀ ਇਹਨਾਂ ਵਿੱਚੋਂ ਇੱਧਰ ਉੱਧਰ ਨਹੀਂ ਜਾ ਸਕਦਾ। ਸਾਰੇ ਦੇ ਸਾਰੇ ਮਰ ਜਾਣਗੇ, ਕਾਨੂੰਨ ਰਿਪੀਲ ਕਰਾ ਕੇ ਹਟਣਗੇ। ਤੇ ਫਿਰ ਜਿਹੜੇ ਲੋਕ ਇੱਥੇ ਤੁਹਾਨੂੰ ਭੜਕਾਉਂਦੇ ਫਿਰਦੇ ਨੇ, ਉਹਨਾਂ ਦਾ ਵੀ ਪ੍ਰੈਸ਼ਰ ਇਹਨਾਂ ਦੇ ਦਿਮਾਗ ਤੇ ਪਾਈ ਰੱਖੋਗੇ। ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈ। ਆਪਾਂ ਸਾਰੇ ਸਿਪਾਹੀ ਆ ਇਸ ਅੰਦੋਲਨ ਦੇ, ਤੁਸੀਂ ਇਸ ਅੰਦੋਲਨ ਦੇ ਯੋਧੇ ਹੋ। ਤੇ ਜੇ ਹਰ ਰੋਜ਼ ਨਵੀਂ ਚਰਚਾ ਛੇੜ ਕੇ ਜਿਹੜਾ ਧਿਆਨ ਇਹਨਾਂ ਦਾ ਕਾਨੂੰਨਾਂ ਦੇ ਉੱਤੇ ਰਿਪੀਲ ਕਰਾਉਣ ਤੇ ਸਾਰਾ ਦਿਮਾਗ ਲੱਗਣਾ ਚਾਹੀਦਾ ਹੈ, ਉਹ ਧਿਆਨ ਹਟਾ ਕੇ ਤੁਸੀਂ ਉਹਨਾਂ ਵਾਲੇ ਪਾਸੇ ਨੂੰ ਇਹ ਰੋਟੀਆਂ ਨਾ ਸੇਕ ਜੇ, ਕਿਤੇ ਗੜਬੜ ਨਾ ਕਰ ਜੇ, ਅੰਦੋਲਨ ਵਿੱਚ ਕੁਝ ਹੋ ਨਾ ਜਾਏ, ਇਸੇ ਪਾਸੇ ਲਾਈ ਰੱਖੋਗੇ ਤਾਂ ਇਹ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਨਹੀਂ। ਭਲਾ ਸੋਚ ਤਾਂ ਲਿਆ ਕਰੋ ਕਦੇ। ਜਿਹੜੇ ਇੱਥੇ ਥਾਂ ਥਾਂ ਗੱਲਾਂ ਕਰਦੇ ਤੁਰੇ ਫਿਰਦੇ ਨੇ, ਉਹਨਾਂ ਦਾ ਪਿਛੋਕੜ ਕੀ ਹੈ? ਜਿਹਦੇ ਹੁਣ ਤੱਕ ਜਿਹਨੂੰ ਕੋਈ ਖਿਆਲ ਨਹੀਂ ਸੀ ਆਪਣੇ ਏਜੰਡੇ ਦਾ, ਉਹ ਇੱਥੇ ਹੀ ਅੱਜ ਉਹਦੇ ਏਜੰਡੇ ਦਾ ਕਿਉਂ ਖਿਆਲ ਹੈ? ਮੈਂ ਬਾਰ-ਬਾਰ ਕਹਿਣਾ, ਉਹਨਾਂ ਨੂੰ ਵੀ ਬੇਨਤੀ ਕਰਦਾ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ, ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਹੈ। ਇਹਨੂੰ ਕਿਸਾਨਾਂ ਦਾ ਅੰਦੋਲਨ ਰਹਿਣ ਦਿਓ, ਕਿਸਾਨਾਂ ਦਾ ਅੰਦੋਲਨ ਰਹਿਣ ਦਿਓ, ਕਿਸਾਨਾਂ ਦਾ ਅੰਦੋਲਨ ਰਹਿਣ ਦਿਓ। ਰੱਬ ਦਾ ਵਾਸਤਾ, ਜੇ ਕੁਦਰਤ ਨਾਂ ਦੀ ਕੋਈ ਚੀਜ਼ ਹੈ, ਜਿਹੜਾ ਵੀ ਆਦਮੀ ਇਸ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੂ, ਉਹਦੇ ਘਰ ਜੇ ਇਨਸਾਫ ਹੈ, ਉਹਨੇ ਬਖਸ਼ਣਾ ਨਹੀਂ, ਉਹਨੇ ਨਹੀਂ ਬਖਸ਼ਣਾ। ਇਹ ਭੋਲੇ ਭਾਲੇ ਲੋਕ ਜਿਹੜੇ ਇੱਥੇ ਆ ਕੇ ਬੈਠੇ ਨੇ,
ਇਹਨਾਂ ਨੂੰ ਬਹੁਤਿਆਂ ਨੂੰ ਤਾਂ ਕਾਨੂੰਨ ਦੀ ਤਸ਼ਰੀਹ ਵੀ ਨਹੀਂ ਆਉਂਦੀ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕਾਨੂੰਨ ਦੀ ਡੂੰਘਾਈ ਨਾਲ ਜਾਂਚ ਹੀ ਨਹੀਂ। ਹਾਂ, ਸਾਡੇ ਤੇ ਵਿਸ਼ਵਾਸ ਕਰਕੇ ਇੱਥੇ ਬੈਠੇ ਨੇ ਵੀ ਸਾਡੇ ਜਿਹੜੇ ਉਹ ਬੰਦੇ ਜਿਹੜੇ ਜਿਨ੍ਹਾਂ ਦੀ ਅਸੀਂ ਡਿਊਟੀ ਲਾਈ ਹੈ ਉਹ ਇਹਨੂੰ ਸਮਝਦੇ ਆ ਔਰ ਸਾਡੇ ਲਈ ਠੀਕ ਲੜਾਈ ਲੜ ਰਹੇ ਆ, ਇਸ ਕਰਕੇ ਤੁਸੀਂ ਇੱਥੇ ਬੈਠੇ ਹੋ। ਤਾਂ ਜੇ ਇਹੋ ਜਿਹੇ ਹਾਲਾਤ ਵਿੱਚ ਮੀਂਹ ਵਰਦਾ ਤੁਸੀਂ ਫੇਰ ਵੀ ਟਰਾਲੀਆਂ 'ਚ, ਠੰਡ ਪੈਂਦੀ ਹੈ, ਕੱਕਰ ਪੈਂਦਾ, ਤੁਸੀਂ ਫੇਰ ਵੀ ਟਰਾਲੀਆਂ 'ਚ। ਉਹ ਲੋਕ ਜਿਹੜੇ ਅੱਜ ਤਾਜ਼ੀਆਂ ਰੋਟੀਆਂ ਲਾਉਣ ਆਏ ਆ, ਮੇਰੀ ਉਹਨਾਂ ਨੂੰ ਸਿਨੇਮਰ ਬੇਨਤੀ ਹੈ, ਕਿਤੇ ਹੋਰ ਲਾ ਲਿਓ, ਬਖਸ਼ ਦਿਓ, ਇੱਕ ਅੰਦੋਲਨ ਨੂੰ ਬਖਸ਼ ਦਿਓ। ਦੁਨੀਆ ਦਾ ਅੰਦੋਲਨ ਹੋ ਗਿਆ, ਦੁਨੀਆ ਆਵਾਜ਼ ਕਰ ਰਹੀ ਹੈ, ਦੁਨੀਆ ਦੇਖ ਰਹੀ ਹੈ। ਇੱਕ ਅੰਦੋਲਨ ਨੂੰ ਬਖਸ਼ ਦਿਓ। ਤੁਸੀਂ ਬਖਸ਼ਦੇ ਤਾਂ ਕਿਸੇ ਨੂੰ ਹੋ ਨਹੀਂ। ਸ਼ਾਇਦ ਪਰਮਾਤਮਾ ਨੇ ਤੁਹਾਡੀ ਬੁੱਧੀ ਭ੍ਰਿਸ਼ਟ ਕੀਤੀ ਹੈ, ਤੁਸੀਂ ਬਖਸ਼ਦੇ ਨਹੀਂ। ਡਾਕਟਰ ਦਰਸ਼ਨਪਾਲ ਤੁਹਾਨੂੰ ਅਗਲੇ ਸਾਰੇ ਪ੍ਰੋਗਰਾਮ ਦੱਸ ਕੇ ਗਏ ਹੈ, ਪਰ ਮੈਂ ਤਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਅੱਜ ਇੱਕ ਅਪੀਲ ਕਰਨੀ ਹੈ। 26 ਜਨਵਰੀ ਦਾ ਪ੍ਰੋਗਰਾਮ ਸਾਰੇ ਦੇਸ਼ ਦੇ ਕਿਸਾਨਾਂ ਲਈ ਇੱਕ ਚੁਣੌਤੀ ਹੈ। ਜਿਹਦੇ ਕੋਲ ਜੋ ਕੁਝ ਹੈ, ਟਰੈਕਟਰ ਹੈ, ਟਰਾਲੀ ਹੈ, ਕੋਈ ਸਾਧਨ ਹੈ, ਕੋਈ 4 ਵੀਲਰ ਹੈ, 23 ਤਰੀਕ ਤੋਂ ਬਾਅਦ ਜਿਹੜਾ ਇੱਥੇ ਆ ਸਕਦਾ ਹੈ, ਕੋਈ 500-400 ਕਿਲੋਮੀਟਰ ਦੇ ਘੇਰੇ 'ਚ ਉਹ ਇੱਥੇ ਆ ਜਾਏ। ਜਿਹੜੇ ਇੱਥੇ ਨਹੀਂ ਆ ਸਕਦੇ ਆਪੋ ਆਪਣੇ ਗਵਰਨਰ ਨੂੰ ਵਕਤ ਪਾ ਦੇ। ਤੇ 26 ਤਰੀਕ ਪਤਾ ਲੱਗ ਜਾਣਾ ਚਾਹੀਦਾ ਮੋਦੀ ਸਰਕਾਰ ਨੂੰ ਵੀ ਇਹ ਅੰਦੋਲਨ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਯੂਪੀ, ਸਿਰਫ ਮੱਧ ਪ੍ਰਦੇਸ਼ ਤੱਕ ਸੀਮਤ ਨਹੀਂ। ਇਸ ਅੰਦੋਲਨ ਦੀ ਅੱਗ ਸਾਰੇ ਦੇਸ਼ ਵਿੱਚ ਬਲਣ ਲੱਗੀ ਹੈ। ਉਹਦਾ ਸੇਕ ਮੋਦੀ ਦੇ ਘਰ ਤੱਕ ਪਹੁੰਚ ਜਾਣਾ ਚਾਹੀਦਾ। ਪਿੱਛੇ ਸੁਨੇਹੇ ਲਾਓ। ਤੁਸੀਂ ਇੱਥੇ ਬੈਠੇ ਹੋ, ਮੈਨੂੰ ਪਤਾ ਜਿੱਦਣ ਅਸੀਂ ਕਹਿੰਦੇ ਆ ਤੁਸੀਂ ਉਦਣੇ ਸੁਨੇਹੇ ਲਾ ਕੇ ਤੇ ਹਰ ਵਾਰੀ ਹਨੇਰੀ ਠਾਲ ਦਿੰਦੇ ਹੋ। ਅੱਜ ਹੁਣ ਲੋੜ ਹੈ 26 ਤਰੀਕ ਦੀ ਤਿਆਰੀ ਲਈ ਪੂਰੀ ਟਿੱਲ ਲਾ ਦਿਓ। ਜਿੱਥੇ ਤੱਕ ਤੁਹਾਡੀ ਪਹੁੰਚ ਹੈ, ਹਰ ਸਟੇਟ ਦੇ ਵਿੱਚ ਹਰ ਸਟੇਟ ਦੇ ਗਵਰਨਰ ਦਾ ਜਿਉਣਾ ਹਰਾਮ ਕਰੋ, ਮੋਦੀ ਦਾ ਜਿਉਣਾ ਹਰਾਮ ਕਰੋ। 26 ਤਰੀਕ ਦਾ ਅੰਦੋਲਨ ਇਸ ਦੇਸ਼ ਲਈ ਇੱਕ ਨਵਾਂ ਇਤਿਹਾਸ ਸਿਰਜੇਗਾ। ਮੈਂ ਕਿਹਾ ਮੰਤਰੀਆਂ ਨੂੰ, ਦੇਖਾਂਗੇ। मैं वो एक शेर जा बोलिया सी, कलाइंदा देखना है जोर कितना बाजुए कातिल में है। मंत्रियों ने कहा सी देखांगे तुहाडे च कितनी ताकत है, किन्ना तुहाडी खून की प्यास है, किन्ने नाल तुहाडी प्यास बुझ सकती है। असीं बुझाउण लई तैयार होके आवांगे, पर असीं शांतमई रहांगे। मैनूं एक गल मैं जिंदगी च कदे भुल्लिया नहीं। मेरे अजीज रहे सर पिशौरा सिंह सिद्धूपुर अज दुनिया विच नहीं। एक गल मैनूं याद आ, उन्हां दी बहुत वड्डी गल। एक बारी एक अंदोलन होया, पंजाब सरकार ने उहदे ते पाबंदी लाती। सरकार इन्नी घबराई, उन्हें रोडवेज दीयां बसां भी बंद, सारे शहर बंद, सारे पंजाब च कर्फ्यू ला दिता। पर किसान फिर भी चंडीगढ़ वाल मार्च कर दिते। मक्कियां दीयां फसलां हुंदियां सी, हैलीकॉप्टरां ते किसानां नूं मक्कियां च लभदे फिरन। सर पिशौरा सिंह और उन्हां दे साथी किते मुरिंडे लागे। मुरिंडे का उस वेले एक कमला SHO सी, उन्होंने टक्कर गए। वो भूतरिया पुलिस के स्टारां दे नशे च उन्होंने कहंदा है, वो तैनूं पता नहीं भई अज पाबंदी लाई है सरकार ने, कर्फ्यू लाया, तू जत्था लेके जाना। वो कहंदा हाँ मैं अपनी ड्यूटी करदा, तू अपनी कर। कहंदा तैनूं पता ही किहनूं कहना? कहंदा हाँ मैं एक पुलिस इंस्पैक्टर नूं कहना। कहंदा पाओ इहनूं लंबा। पिशौरा सिंह होरी कहंदे नहीं ठहर मैं पैना। कपड़े ला के कमीज ला के धरती ते पै गए। वो डांग मारदा सी, पिशौरा सिंह वाहिगुरू कहंदा सी। पिशौरा सिंह मेरा शागिर्द सी, मैनूं ये सारी जिंदगी कहानी ये नहीं भुलनी। जिन्नियां डांगा पिशौरा सिंह दे शरीर ते पईयां, तकड़े जुस्से वाला किसान लीडर सी। सारियां दियां लाशां असीं अपने अखीं देखियां। घट अज भी कोई नहीं, लीडर मोहरे होके मरनगे, पर समझ लेना चाहिए है तुहाडे विच वड़ के कोई अंदोलन नूं खराब ना करे। सारा जिमें अगे करदे हो ट्रैफिक कंट्रोल करना,
ਆਪੋ ਆਪਣੀਆਂ ਟਰਾਲੀਆਂ ਦੇ ਆਲੇ ਦੁਆਲੇ ਰਾਤ ਨੂੰ ਪਹਿਰੇ ਦੇਣਾ, ਕੋਈ ਆ ਕੇ ਸ਼ਰਾਬ ਦੀ ਬਹਾਨੇ, ਕੋਈ ਕਿਸੇ ਬਹਾਨੇ ਤੁਹਾਨੂੰ ਉਕਸਾਉਂਦਾ ਹੈ। ਇੱਕ ਮੈਂ ਬੇਨਤੀ ਉਦਣ ਵੀ ਕੀਤੀ ਸੀ, ਉਹਦਾ ਇੱਕ ਦਿਨ ਅਸਰ ਰਿਹਾ, ਅੱਜ ਫੇਰ ਹੈ ਨਹੀਂ। ਮੈਂ ਨਾਂ ਨਹੀਂ ਲੈਣਾ, ਪੰਜਾਬ ਵਾਲਿਆਂ ਤੇ ਤਾਂ ਬਹੁਤ ਅਸਰ ਹੈ, ਪਰ ਕੁਝ ਹੋਰ ਸੱਜਣ ਨੇ, ਸਾਡੇ ਸਾਥੀ ਨੇ, ਪਰ ਉਹਨਾਂ ਨਾਲ ਕੀ ਕਹਾਂ, ਸ਼ਾਮ ਨੂੰ ਸ਼ਰਾਬ ਪੀਂਦੇ ਨੇ। ਉਹ ਤੁਸੀਂ ਰੋਜ਼ ਤਾਂ 2 ਅਰਥੀਆਂ ਭੇਜ ਦਿਓ। ਮੈਂ ਉਦਣ ਵੀ ਕਿਹਾ ਸੀ, 2 ਅਰਥੀਆਂ ਔਸਤਨ ਪੰਜਾਬ ਨੂੰ ਜਾ ਰਹੀਆਂ ਨੇ। ਕਿਸ ਖੁਸ਼ੀ 'ਚ ਸ਼ਰਾਬ ਪੀਂਦੇ ਹੋ? ਕਿਸ ਖੁਸ਼ੀ 'ਚ ਡੈਕ ਵਜਾਉਂਦੇ ਹੋ? ਕਿਹੜੇ ਚਾਅ ਹੈ? ਏਡੇ ਵੱਡੇ ਸੰਘਰਸ਼ 'ਚ ਆ ਕੇ ਤੁਹਾਡੇ ਅੰਦਰ ਨਿੱਘਰਦੀ ਕਿਵੇਂ ਹੈ? ਇਹ ਮੇਰੇ ਸਮਝ ਤੋਂ ਬਾਹਰ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਜੇ ਕੋਈ ਤੁਹਾਡੇ ਨਾਲ ਬੈਠਾ ਪੀਂਦਾ ਹੈ, ਉਹਨੂੰ ਪਿਆਰ ਨਾਲ, ਸਤਿਕਾਰ ਨਾਲ ਹੱਥ ਜੋੜ ਕੇ ਰੋਕੋ। ਇਹ ਵੀ ਇੱਕ ਡਿਸਿਪਲਿਨ ਹੈ, ਇਹ ਵੀ ਡਿਸਿਪਲਿਨ ਦਾ ਹਿੱਸਾ ਹੈ। ਇੱਕ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ, ਇੱਕ ਬੜਾ ਭੂਤਰਿਆ ਕੰਮ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ। ਕੁਝ ਗਾਇਕ ਨੇ ਜਿਨ੍ਹਾਂ ਨੇ ਸਾਡੇ ਇਸ ਅੰਦੋਲਨ ਨਾਲ ਸੰਬੰਧਿਤ ਗੀਤ ਲਿਖੇ, ਗੀਤ ਗਾਏ, ਜਿਨ੍ਹਾਂ ਨੂੰ ਤੁਸੀਂ ਇੱਥੇ ਰੋਜ਼ ਸੁਣਦੇ ਹੋ ਔਰ ਘਰ ਘਰ ਪ੍ਰਚਲਿਤ ਹੋ ਗਏ ਉਹ ਗੀਤ। ਇਤਨੀ ਬੁੱਧੀ ਭ੍ਰਿਸ਼ਟ ਹੋਈ ਕੈਪਟਨ ਅਮਰਿੰਦਰ ਸਿੰਘ ਦੀ, ਜਾਂ ਤਾਂ ਉਹਨੂੰ ਖਿਆਲ ਆ ਗਿਆ ਬਈ ਮੇਰੇ ਜਵਾਈ ਦਾ ਕੇਸ ਈਡੀ ਕੋਲ ਪਿਆ, ਜਾਂ ਉਹਨੂੰ ਖਿਆਲ ਆ ਗਿਆ ਮੇਰੀ ਧਰਮ ਪਤਨੀ ਦਾ ਕੇਸ ਵੀ ਈਡੀ ਕੋਲ ਪਿਆ, ਮੇਰੇ ਪੁੱਤਰ ਦਾ ਕੇਸ ਵੀ ਈਡੀ ਕੋਲ ਪਿਆ, ਜਾਂ ਤਾਂ ਸੈਂਟਰ ਨੇ ਚੂੜੀ ਚੜਾਈ ਉਹਦੇ ਕਰਕੇ ਕਰਦਾ। ਉਹਨਾਂ ਨੇ ਜਿਹੜਾ ਸਾਡੇ ਉਹ ਮੁੰਡੇ ਨੂੰ ਕੁੱਟਿਆ, ਬਰਾੜ ਨੂੰ, ਉਹਨੂੰ ਨਹੀਂ ਕੁੱਟਿਆ, ਕਿਸਾਨੀ ਨੂੰ ਕੁੱਟਿਆ। ਸਮਝ ਲੈਣਾ ਚਾਹੀਦਾ, ਜਾਂ ਤਾਂ ਬੰਦਾ ਬਣ ਕੇ ਇਦਾਂ ਗਾਇਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰੇ, ਨਹੀਂ ਤਾਂ ਜੋ ਅਸੀਂ ਡਿਸਾਈਡ ਕਰਾਂਗੇ ਤੇ ਚੱਲਿਆ ਨਹੀਂ ਜਾਣਾ। ਇੱਕ ਦਿਨ ਹੀ ਚੱਲ ਹੋਣਾ ਕੈਪਟਨ ਅਮਰਿੰਦਰ ਸਿੰਘ ਤੇ। ਇੱਕ ਤੁਹਾਡਾ ਫੈਸਲਾ ਹੈ, ਜਦੋਂ ਤੇ ਤੁਸੀਂ ਆਏ ਹੋ ਉਹ ਬੜਾ ਕਾਰਗਰ ਹੋਇਆ ਔਰ ਬੜਾ ਤੁਸੀਂ ਸਫਲਤਾ ਨਾਲ ਉਹਨੂੰ ਲਾਗੂ ਕੀਤਾ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਸਟੇਜ ਸ਼ੇਅਰ ਨਹੀਂ ਕੀਤੀ। ਅੰਦੋਲਨ ਤੁਹਾਡਾ, ਮੈਂ ਜਿਵੇਂ ਪਹਿਲਾਂ ਕਿਹਾ, ਕਿਸਾਨਾਂ ਦਾ ਅੰਦੋਲਨ, ਇਹਨੂੰ ਕਿਸਾਨਾਂ ਦਾ ਰਹਿਣ ਦਿਓ। ਤੁਸੀਂ ਇਹਨੂੰ ਕਿਸਾਨਾਂ ਦਾ ਬਣਾ ਕੇ ਰੱਖਿਆ। ਕੁਝ ਪੋਲੀਟੀਕਲ ਲੀਡਰ ਪਤਾ ਨਹੀਂ ਖਾਨਾ ਖਾਲੀ ਹੋ ਗਿਆ ਦਿਮਾਗ ਦਾ, ਜਾਂ ਵਿਚਾਰੇ ਉਖੜ ਕੇ ਜ਼ਮੀਨ ਨਹੀਂ ਲੱਭਦੀ, ਉਹ ਕਹਿੰਦੇ ਅਸੀਂ ਚਲਾਉਨੇ ਅੰਦੋਲਨ। ਉਹ ਭਲੇ ਮਾਨਸੋ, ਲੋਕ ਪੰਜਾਬ ਦੇ ਨਹੀਂ ਜਾਣਦੇ, ਜੇ ਤੁਸੀਂ ਤੁਹਾਡੀ ਕਾਰਗੁਜ਼ਾਰੀ ਠੀਕ ਹੁੰਦੀ, ਜਿਸ ਦਿਨ ਆਰਡੀਨੈਂਸਾਂ ਦੇ ਦਸਤਖਤ ਹੋਏ ਉਦੋਂ ਬੀਬੀ ਹਰਸਿਮਰਤ ਕੌਰ ਅਸਤੀਫਾ ਦੇ ਕੇ ਆ ਜਾਂਦੀ, ਆਹ ਧੰਦ ਪਿੱਟਣ ਦੀ ਲੋੜ ਨਹੀਂ ਸੀ ਪੈਣੀ, ਉਦੋਂ ਹੀ ਬ੍ਰੇਕ ਲੱਗ ਜਾਣੀ ਸੀ। ਲੋਕ ਜਾਣਦੇ ਨੇ ਚੰਗੀ ਤਰ੍ਹਾਂ ਪੰਜਾਬ ਦੇ, ਕੋਈ ਨਹੀਂ ਭੁੱਲਿਆ ਤੁਹਾਨੂੰ, ਤੁਹਾਡੀ ਕਾਰਗੁਜ਼ਾਰੀ ਨੂੰ। ਇਦਾਂ ਦੀਆਂ ਬੇਹੂਦਾ ਗੱਲਾਂ ਕਰਨੀਆਂ, ਜਿਸ ਲੈਵਲ ਤੇ ਉਹ ਬੈਠਾ ਹੈ, ਜਾਂ ਤਾਂ ਉਹ ਲੈਵਲ ਦੀ ਵੀ ਉਹਨੂੰ ਚਿੰਤਾ ਨਹੀਂ, ਇਹ ਸੋਭਦੀਆਂ ਨਹੀਂ। ਫਿਰ ਰੋਜ਼ ਉਂਝਾਂ ਲਾਉਣੀਆਂ ਜੀ। ਲੀਡਰ ਜਿਹੜੇ ਨੇ ਇਹਨਾਂ ਨੂੰ ਜੀ ਕੋਈ IPS ਅਫਸਰ ਪੜਾਉਂਦੇ ਨੇ, ਇਹ ਤੂੰ ਸਿੱਖਿਆ ਹੋਣਾ। ਆ ਜਿਹੜੇ ਬੈਠੇ ਨੇ ਤਾਂ ਕਿਸੇ IP ਅਫਸਰ ਨੂੰ ਟਿਚ ਕਰਕੇ ਨਹੀਂ ਜਾਣਦੇ, ਜਿਹਦੇ ਪੂੰਛ ਨੂੰ ਹੱਥ ਲਾਓ ਠੂੰ ਹੈ, ਉਹੀ ਡੰਗ ਮਾਰਦਾ। ਇਹ ਝੁਕਣ ਵਾਲੇ ਨੇ। ਤੋ ਮੇਰੀ ਤੁਹਾਨੂੰ ਭਰਾਵੋ ਪੁਰਜੋਰ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ। ਮੈਂ ਹਰ ਵਾਰੀ ਕਹਿਣਾ, ਮੈਂ ਮੰਨ ਕੇ ਚੱਲਦਾ ਵੀ ਆਹ ਜਗ੍ਹਾ ਸਾਡੇ ਲਈ ਬਹੁਤ ਪਵਿੱਤਰ ਜਗ੍ਹਾ ਹੈ। ਇਹ ਜਗ੍ਹਾ ਜਿਹਦੇ ਵੱਲ ਸਾਰੀ ਦੁਨੀਆ ਦੇਖ ਰਹੀ ਹੈ, ਉਹ ਜਗ੍ਹਾ ਹੈ, ਇਹ ਇਤਿਹਾਸਿਕ ਜਗ੍ਹਾ ਹੈ। ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਸਿਰ ਝੁਕਾ ਕੇ ਇਹ ਜਗ੍ਹਾ ਨੂੰ ਪ੍ਰਣਾਮ ਕਰਕੇ ਤੁਹਾਨੂੰ ਬੇਨਤੀ ਕਰਦਾ, ਆਪਣੇ ਅੰਦੋਲਨ ਨੂੰ ਆਪ ਬਚਾਓ। ਜਿਹੜੇ ਲੋਕ ਤਾਜ਼ੀਆਂ ਰੋਟੀਆਂ ਲਾਉਣਾ ਚਾਹੁੰਦੇ ਨੇ, ਉਹਨਾਂ ਨੂੰ ਸਫਲ ਨਾ ਹੋਣ ਦਿਓ। ਜਿਹੜੇ ਤੁਹਾਨੂੰ ਕੋਈ ਕਿਸੇ ਨਾਂ ਤੇ, ਕੋਈ ਕਿਸੇ ਨਾਂ ਤੇ ਵੰਡ ਕੇ ਇਸ ਅੰਦੋਲਨ ਨੂੰ ਬਿਖੇਰਨਾ ਚਾਹੁੰਦਾ ਹੈ, ਉਹਨਾਂ ਨੂੰ ਸਮਝੋ, ਕੁਝ ਲੜਨ ਦੀ ਲੋੜ ਨਹੀਂ, ਕੁਝ ਕਹਿਣ ਦੀ ਲੋੜ ਨਹੀਂ। ਇੱਕ ਮੈਂ ਬੇਨਤੀ ਹੋਰ ਕਰਕੇ ਸਮਾਪਤ ਕਰਾਂਗਾ। ਪ੍ਰੈਸ ਸਾਰੀ, 1-2 ਚੈਨਲਾਂ ਨੂੰ ਛੱਡ ਕੇ ਸਾਰੇ ਦੇ ਸਾਰੇ ਮੋਦੀ ਦੇ ਕੋਲ ਚਾਲੂ ਨੇ। ਮੋਦੀ ਦੇ ਕੋਲ ਸਾਰੇ ਦੇ ਸਾਰੇ ਚਾਲੂ ਨੇ। ਕਿਹਨੂੰ ਘੇਰੋਗੇ? ਸਾਡਾ ਕੰਮ ਇਹ ਨਹੀਂ। ਉਹ ਵਿਚਾਰੇ ਮੁਲਾਜ਼ਮ ਨੇ,
जिन्ने मुंडे इत्थे कवरेज वास्ते आउंदे ने ये साडे विचों ने, साडे धीआं पुत ने, नौकरी करते ने। साडा पुत भी नौकरी करता हो सकता किते, वो अपने मालक का हुक्म मनूगा। तो साडे अंदर ये भावना होनी चाहिए है भी साडा बच्चा नौकरी करता है, किसी तरह वो अपने मालक का हुक्म मन के कुछ कर रहा है, वो पिछे पैण की लोड़ नहीं। सानू बार बार माफ़ी मंगनी पैंदी है। जब जे किते तुसी कोई गलती करते हो, माफ़ी जिम्मेवारी साडी है, असी हथ जोड़ के माफ़ी मंगते हैं उन्होंने बच्चों तो भी साडे बच्चे ने, गलती साडे बच्चों तो नहीं हुई, साते हो गई, इस करके सानू माफ़ कर दो। ये जिहड़ा चैनलों के मगर पैण वाला काम है, ये कृपा करके बंद करो। ये शोभदा नहीं। जिहड़ियां धीआं भैणां साडियां टीवी चैनलों मीडिया काम करदियां ने, साडियां धीआं ने, उन्हां दा मान सत्कार साडा फर्ज बनदा। मैनूं गल याद आई जदों इत्थे आके बैठे, उदों पहलां इत्थे दे आले दुआले दे लोग डरदे सी। चौथे क दिन एक लड़की रोई। साडे विचों किसी ने पूछा भी धीए रोंदी काहते है? कहंदी मैनूं गलत कहा गया सी भी ये लोग बड़े खतरनाक ने, ये तो मेरे मापे ने, मैनूं तो इन्हां ने एहसास कराया है भी ये सचमुच मेरे मापे ने, मैं तां रोनी हाँ। की तुसी ना खटिया, इहदा कोई मुल नहीं। इस गल का ध्यान करो। आले दुआले दे लोग सारे तुहानूं सपोर्ट करते हैं, तुहाडे लई सारिਆਂ ने अपने घरां दे बूहे खुले छड्डे हुए ने, दुकानां ते कोई तुहाडे ते कोई बेविश्वासी नहीं करता। तो तुहानूं भी एहसास होना चाहिए है भी जे एक विश्वास बनिया, तुहाडा भाईचारक विश्वास बनिया, ये विश्वास नूं कायम ही नहीं करना, होर अगे वधाउणा है। सरकार फुट पाउणा चाहुंदी है हिंदू सिख दे नां ते, खालिस्तानी कह के, अतवादी कह के। मैनूं इस गल की तसल्ली है भी उन्हें जिन्ने मर्जी हरबे जरबे बदल ले हाकमां ने, तुसीं उन्हां दे शब्दां तो इन्ना भरे गए, तुसीं कहने हो जो मर्जी कहे, यह कन्नों सुनिया इधरों कढ़ता, थोड़े ते कोई असर नहीं होया। और इहो वजह है भी ये अंदोलन अगे वधदा चला गया। तो मेरी तुहानूं सारिआं नूं पुरजोर बेनती और अपील है, अपने आप ते सैल्फ डिसिपलिन लागू करो। आपो अपनियां ट्रालियां ते निगाह रखो, रात नूं पहरा दिओ। हर जथेबंदी दे वर्कर सारे वलंटीयर बन। और 26 तरीक नूं सानूं कई हज़ार वलंटीयर्स की लोड़ है, जिहड़े 26 तरीक के प्रोग्राम नूं ऑर्गेनाइज करके लैके जाणगे। इस करके ऑफर करो आपो अपनी जथेबंदी दे विच भी मैं वलंटीयर बनांगा, जिहड़े रिश्त पुष्ट होण, साडे बच्चे नौजवान होण, जिन्हां दे अंदर अपने आप नूं काबू च रखण दी होश होवे, अपनी होश दे विच रह के 26 तरीक के प्रोग्राम नूं सारी दुनिया देखेगी। सारी दुनिया विच मोदी नूं किसे नूं मूँह दिखाउण वाला नहीं छड्डांगे, पर तुहाडा डिसिपलिन बहुत जरूरी है। तुहाडे भी तुहाडी साडी जिहड़ी फौज होएगी वलंटीयर्स दी, वो 26 दे अंदोलन दी कामयाबी दा धुरा होएगी। तुसी ट्रैक्टर मार्च किया है, सारे ये हवा गई है कोई वैल डिसिपलिनड सी, बहुत ही वधिया डिसिपलिन विच तुसी सारा मार्च किया। तो 26 तरीक का वड्डा प्रोग्राम है, इसलिए तुहाडे ते होर वड्डी जिम्मेवारी है। एक मैं होर बेनती करांगा, साडी है तो मैनूं अज एक डॉक्टर ने एक मैसेज भेजिया, वो मैनूं कहंदा राजेवाल साहब मैसेज भी मैं डॉक्टरां वाली वो गल करनी है। साडे लंगरां च साडी रवायत है, किसी चीज़ की कमी नहीं। इत्थे बैठे इत्थे भी तुहाडे विच भी बदाम वंडी जांदा है, कोई काजू वंडी जांदा है, कोई खीर बनाउंदा है, कोई प्रसाद बनाउंदा है, कोई कुछ बनाउंदा है। वो मैनूं कहंदा भी जिन्नियां तुसीं पिन्नियां खुआई जांदे हो, तुसीं हार्ट पेशेंटां की गिणती वधाई जांदे हो। कोई 15 क्विंटल पिन्नियां बना के लाया, कोई 25 क्विंटल पिन्नियां बना के लाया। असीं तां बड़े चाह नाल कहने भी पिन्नियां खुआओ, खाई भी जांदे ने। ते परौंठे सवेरे ही बनने शुरू हो जाते हैं, कोई परौंठे कहो जे, कोई कहो जे, अलग अलग किस्म के परौंठे खाने आ। ते इहदे नाल हार्ट दीयां बीमारियां दा ये भी प्रकोप हो रहा है।
ਆਪਣੀ ਸਿਹਤ ਦਾ ਧਿਆਨ ਰੱਖੋ। ਮੇਰਾ ਕਹਿਣ ਤੋਂ ਮਤਲਬ ਹੈ ਖਾਣਾ ਪੀਣਾ ਜ਼ਰੂਰੀ ਹੈ, ਆਪਣੀ ਸਿਹਤ ਦਾ ਧਿਆਨ ਰੱਖੋ। ਲੰਗਰ ਦੀ ਮਰਿਆਦਾ ਵੀ ਬਹੁਤ ਜ਼ਰੂਰੀ ਹੈ, ਉਹਦਾ ਵੀ ਧਿਆਨ ਰੱਖੋ। ਤੇ ਇਹ ਨਾ ਹੋਏ ਭਈ ਉਹ ਜਿਹੜੀ ਮੈਨੂੰ ਡਾਕਟਰ ਨੇ ਵਾਰਨਿੰਗ ਦਿੱਤੀ ਉਹਦਾ ਕੋਈ ਅਸਰ ਹੋਏ। ਵਾਹਿਗੁਰੂ ਮਿਹਰ ਕਰਿਓ ਸਾਡੇ ਤੇ ਨਾ ਹੋਵੇ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰ ਇਹ ਅਪੀਲ ਕਰਕੇ ਭਈ 26 ਜਨਵਰੀ ਦਾ ਪ੍ਰੋਗਰਾਮ ਸਾਡੇ ਸਾਰਿਆਂ ਲਈ, ਸਾਰੇ ਕਿਸਾਨਾਂ ਲਈ, ਸਾਰੇ ਦੇਸ਼ ਦੇ ਕਿਸਾਨਾਂ ਲਈ ਇੱਕ ਚੈਲੰਜ ਹੈ। ਇਹਨੂੰ ਚੈਲੰਜ ਦੇ ਤੌਰ ਤੇ ਕਬੂਲੋਗੇ। ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੀਆਂ ਬੇਟੀਆਂ ਬੈਠੀਆਂ ਨੇ, ਉਹਨਾਂ ਨੂੰ ਅੱਜ ਸਮਾਂ ਆ ਗਿਆ ਇਹ ਸਾਬਤ ਕਰਨ ਦਾ ਵੀ ਤੁਸੀਂ ਮਾਈ ਭਾਗੋ ਹੋ। ਸਾਡਾ ਇਤਿਹਾਸ ਹੈ, ਸਾਡੇ ਇਤਿਹਾਸ ਵਿੱਚ ਕੁਰਬਾਨੀਆਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ। ਸਾਡਾ ਇਤਿਹਾਸ ਸਾਨੂੰ ਰਸਤਾ ਦਿਖਾਉਂਦਾ ਹੈ, ਸਾਡਾ ਇਤਿਹਾਸ ਸਾਨੂੰ ਸਭ ਕੁਝ ਸਿਖਾਉਂਦਾ ਹੈ। ਸਾਡੇ ਇਤਿਹਾਸ ਵਿੱਚ ਇੰਨਾ ਕੁਝ ਹੈ, ਬੜਾ ਕੁਝ ਸਿੱਖਿਆ ਜਾ ਸਕਦਾ ਹੈ, ਬੜਾ ਕੁਝ ਦੇਸ਼ ਲਈ, ਕੌਮ ਲਈ ਕੁਰਬਾਨ ਕੀਤਾ ਜਾ ਸਕਦਾ ਹੈ। ਇਸੇ ਲਈ ਮੈਂ ਬੇਨਤੀ ਕੀਤੀ ਹੈ ਸਾਡੀਆਂ ਭੈਣਾਂ ਇਹ ਸੰਕਲਪ ਲੈਣ ਭਈ 26 ਜਨਵਰੀ ਨੂੰ ਸਾਰੇ ਪੰਜਾਬ ਦੀਆਂ, ਹਰਿਆਣੇ ਦੀਆਂ, ਸਾਰੇ ਦੇਸ਼ ਦੀਆਂ ਬੀਬੀਆਂ ਮਲਕ ਭਾਗੋ ਦਾ ਰੋਲ ਅਦਾ ਕਰਨ। ਇੰਨਾ ਕਹਿੰਦਾ ਤੁਹਾਡੇ ਸਾਰਿਆਂ ਕੋਲੋਂ ਖਿਮਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।